सत श्री अकाल जी एंड हेलो टू एवरीवन। वैल जब तुसी लिफाफा या बैग लैके घरों निकलते हो किसी भी एजेंट ऑफिस दे विच सब तो पहला काउंसलिंग करा के उत्थे बैठे बैठे फॉर्म भरदे इक्को चीज़ दिमाग जाती है, मेरा काम हो तो जाऊगा। तो उन्होंने अलग अल्फाजां दे विच एजेंट नूं पुछदे हो गारंटी है भाजी वीज़ा लग जूगा, तो उहदा आंसर कित्थे हैगा? उहदा आंसर है कि उहदा आंसर अज यूके दे स्टैटिस्टिक्स ने दिता है। यूके गवर्नमेंट ने 1 जनवरी तो लैके अक्टूबर 21 तक दे अपने स्टैट शेयर किए हैं, जिहदे विच उन्होंने स्पष्ट दस्सिया है भी इंडिया विच 92% एप्लीकेंट्स नूं वीज़ा दिता है। रिजैक्शन रेट इज़ ओनली 8%। 8% तो भी 8% का ऑलमोस्ट 20वां हिस्सा 20% जिन्हों मैं कहूँगा वो नॉर्थ इंडिया के रिजैक्शनस ने, ਜਿਹੜੀ VFS चंडीगढ़ दिल्ली फाइलां जमा ਹੁੰਦੀਆਂ ने नॉर्थ इंडिया ਦੇ ਵਿੱਚ ਉਹਨਾਂ ਦੇ ਰਿਜੈਕਸ਼ਨ ਨੇ। ਹੁਣ ਇੱਕ ਕੰਟਰੀ ਜਿਹੜਾ ਤੁਹਾਨੂੰ ਆਲਮੋਸਟ ਵੀਜ਼ਾ ਦਿੰਦਾ 92%, ਉਹ ਗਾਰੰਟੀ ਦੇ ਬਰਾਬਰ ਹੀ ਹੋਇਆ ਨਾ। ਉਹ ਗਾਰੰਟੀ ਦੇ ਪੈਰਾਮੀਟਰ ਤੇ ਆਲਮੋਸਟ ਖਰਾ ਉਤਰਿਆ ਕਿਉਂਕਿ ਉਹਦਾ ਸਕਸੈਸ ਰੇਟ ਸਭ ਤੋਂ ਜ਼ਿਆਦਾ ਹੈਗਾ ਤੇ ਰਿਜੈਕਸ਼ਨ ਰੇਟ ਬਹੁਤ ਘੱਟ ਹੈ। ਹੁਣ ਕੁਐਸਚਨ ਇਹ ਆਉਂਦਾ ਰਿਜੈਕਸ਼ਨ ਹੀ ਕਿਉਂ ਹੁੰਦਾ? ਜੇ ਉਹ 92% ਹੈ ਤਾਂ 8% ਰਿਜੈਕਸ਼ਨ ਕਿਉਂ ਹੁੰਦਾ? ਇਹਦੇ ਵੀ ਬੜੇ ਇੰਟਰਸਟਿੰਗ ਸਟੈਟਸ ਉਹਨਾਂ ਨੇ ਦੱਸੇ ਨੇ। ਉਹ ਕਹਿੰਦੇ ਆ ਜੀ ਅਸੀਂ ਜਿਹੜੀ ਐਪਲੀਕੇਸ਼ਨਾਂ ਸਾਡੇ ਕੋਲ ਆਉਂਦੀਆਂ ਨੇ 70% ਉਹਨਾਂ ਐਪਲੀਕੇਸ਼ਨ ਦੀ ਫੰਡਿੰਗ ਨੂੰ ਚੈੱਕ ਕਰਦੇ ਆ, ਵੈਰੀਫਿਕੇਸ਼ਨ 'ਚ ਭੇਜਦੇ ਆ। 70% 100 ਗਈਆਂ ਨੇ, 100 ਚੋਂ 70 ਫਾਈਲਾਂ ਨੇ ਉਹਨਾਂ ਨੇ ਵੈਰੀਫਾਈ ਕੀਤਾ ਹੀ ਕੀਤਾ। ਉਹ 17 ਚੋਂ 80% ਫਾਈਲਾਂ ਫਰॉड ਸੀਗੀਆਂ, ਬੈਂਕ ਪੇਪਰਸ। ਉਹ ਚਾਹੇ ਲੋਨ ਸੀਗਾ, ਚਾਹੇ ਤੁਹਾਡਾ ਕੋਈ ਖਾਤਾ ਸੀਗਾ ਕਿਸੇ ਸਟੂਡੈਂਟ ਦਾ। ਹੁਣ ਇਮੈਜਿਨ ਕਰੋ 92% ਸਕਸੈਸ ਰੇਟ ਹੈ, 8% ਰਿਜੈਕਸ਼ਨ ਦੇ ਕਿਹੜੇ 3-4 ਕਾਰਨ ਆ ਉਹ ਤੁਹਾਨੂੰ ਮੈਂ ਦੱਸਦਾ ਪਿਆ। 8% ਦੇ 70% ਐਪਲੀਕੇਸ਼ਨਾਂ ਜਿਹੜੀਆਂ ਹੈ ਉਹ ਵੈਰੀਫਾਈ ਹੁੰਦੀਆਂ ਨੇ, 70% ਚੋਂ 80% ਫਰॉड ਦਿਖਿਆ ਜਾਂਦਾ ਹੈਗਾ। ਕੁਛ ਐਜੂਕੇਸ਼ਨ ਡਾਕੂਮੈਂਟ ਦੇ ਫਰॉड ਨੇ, ਸਪੈਸ਼ਲੀ ਉਹਨਾਂ ਯੂਨੀਵਰਸਿਟੀਜ਼ ਦੇ ਵਿੱਚ ਜਿੱਥੇ ਕਿ ਵਿਦਆਊਟ ਆਇਲਸ ਚੱਲਦਾ ਪਿਆ। ਹੁੰਦਾ ਕੀ ਹੈ, ਉਹਨਾਂ ਮਾਰਕਸ਼ੀਟਾਂ ਚੇਂਜ ਕਰਕੇ ਯੂਨੀਵਰਸਿਟੀਆਂ ਨੂੰ ਭੇਜਤਾ ਐਂਡ ਸੋ ਔਨ, ਫੜੀਆਂ ਜਾਂਦੀਆਂ ਨੇ ਕਿਉਂਕਿ ਮਕੈਨਿਜ਼ਮ ਬੜਾ ਟਰਾਂਸਪੇਰੈਂਟ ਹੈ। ਇੰਟਰਨੈਟ ਨੂੰ ਆਪਾਂ ਜੇ ਆਪਣੇ ਐਂਟਰਟੇਨਮੈਂਟ ਵਾਸਤੇ ਯੂਜ਼ ਕਰਦੇ ਹਾਂ ਤਾਂ ਦੁਨੀਆ ਆਪਣੇ ਕੰਮ ਕਰਨ ਦੀ ਐਫੀਸ਼ੀਐਂਸੀ ਵਾਸਤੇ ਯੂਜ਼ ਕਰਦੀ ਹੈ। ਉਹ ਫੜੇ ਗਏ। ਉਸ ਤੋਂ ਬਾਅਦ ਦੇਖਿਆ ਗਿਆ ਜੀ ਹੋਰ ਥਰਡ ਇੰਪੋਰਟੈਂਟ ਫੈਕਟਰ ਕੀ ਹੈਗਾ? ਇੰਪੋਰਟੈਂਟ ਫੈਕਟਰ ਹੈ ਲੋਕੀ ਆਪਣੀ ਇਨਫੋਰਮੇਸ਼ਨ ਲੁਕਾਉਂਦੇ ਨੇ। ਉਹ ਵੀਜ਼ਾ ਫਾਰਮ ਨੂੰ ਚੰਗੀ ਤਰ੍ਹਾਂ ਪੜ੍ਹਦੇ ਨਹੀਂ ਹੈਗੇ। ਕੀ ਤੁਸੀਂ ਪਿਛਲੇ 10 ਸਾਲਾਂ 'ਚ ਯੂਕੇ ਟਰੈਵਲ ਕੀਤਾ ਜਾਂ ਹੋਰ ਕਿਸੇ ਕੰਟਰੀ ਟਰੈਵਲ ਕੀਤਾ? ਨਾ ਭਰਾ ਨੂੰ ਰੱਖਦੇ, ਕ੍ਰਾਸ ਕਰਦੇ, ਟਿਕ ਮਾਰਦੇ ਜਾਂ ਦੱਸਣਾ ਨਹੀਂ ਕਿ ਤੁਹਾਡਾ ਕਦੇ ਬੈਨ ਲੱਗਿਆ। ਇਹ ਸਭ ਤੋਂ ਕਾਮਨ ਹੈਗਾ ਜਿੱਥੇ ਬੈਨ ਲੁਕੋਇਆ ਜਾਂਦਾ। ਯੂਕੇ ਦਾ ਹੀ ਬੈਨ ਯੂਕੇ ਦੇ ਐਪਲੀਕੇਸ਼ਨ ਫਾਰਮ 'ਚ ਲੁਕੋਇਆ ਜਾਂਦਾ। ਉਹਨੇ ਹਾਸੇ ਵਾਲੀ ਗੱਲ ਹੈ ਸਾਡੇ ਵਾਸਤੇ ਕਿਉਂਕਿ ਇਹ ਕਾਮਨ ਸੈਂਸ ਹੈ। ਜਿਹੜੇ ਦੇਸ਼ ਤੁਹਾਡਾ ਟਰੈਕ ਰਿਕਾਰਡ ਆਲਰੇਡੀ ਹੈਗਾ ਉੱਥੋਂ ਆਪਣਾ ਟਰੈਕ ਰਿਕਾਰਡ ਕਿਵੇਂ ਲੁਕੋ ਲਓਗੇ? ਪਰ ਇਹ ਵੀ ਹੋਇਆ ਉਸ ਰਿਪੋਰਟ ਦੇ ਅਨੁਸਾਰ। ਉਸ ਤੋਂ ਬਾਅਦ ਜਿਹੜੇ ਸਟੈਟਿਸਟਿਕਸ ਨਿਕਲ ਕੇ ਆਉਂਦੇ ਨੇ, ਇੱਕ ਸਟੂਡੈਂਟ ਜਨਰਲ ਸਟੂਡੈਂਟ ਰੈਗੂਲੇਸ਼ਨ ਦੇ ਵਿੱਚ ਨਹੀਂ ਆਉਂਦਾ, ਜਨਰਲ ਸਟੂਡੈਂਟ ਰੂਲ ਦੇ ਵਿੱਚ ਕੁਆਲੀਫਾਈ ਨਹੀਂ ਕਰਦਾ। ਉਹਦੇ ਪ੍ਰੋਫਾਈਲਾਂ ਦੇ ਵੱਡੇ ਗੈਪ ਐਕਸਪਲੇਨ ਨਹੀਂ ਕੀਤੇ ਹੋਏ। ਉਹਦੇ ਪ੍ਰੋਫਾਈਲਾਂ ਦੇ ਵੱਡੇ ਗੈਪ ਕਿਤੇ ਨਾ ਕਿਤੇ ਉਹ ਐਕਸਪਲੇਨੇਸ਼ਨ ਦੀ ਘਾਟ, ਡਾਕੂਮੈਂਟੇਸ਼ਨ ਦੀ ਘਾਟ, ਕਿਉਂਕਿ ਕੁਛ ਕੰਸਲਟੈਂਟ ਦਾ ਕੰਮ ਕਰਨ ਦਾ ਤਰੀਕਾ ਹੁੰਦਾ ਵੀ ਜਿਹੜੇ ਕਾਗਜ਼ ਮੰਗੇ ਗਏ ਆ ਉਹੀ ਦਿਓ, ਫਾਲਤੂ ਐਕਸਪਲੇਨੇਸ਼ਨ ਦੇਣ ਦੀ ਲੋੜ ਨਹੀਂ। ਕਿਤੇ ਨਾ ਕਿਤੇ ਫਾਰਮੂਲਾ ਚੱਲਦਾ ਬਟ ਹਰ ਫਾਈਲ 'ਚ ਨਹੀਂ ਚੱਲਦਾ। ਸਾਡਾ ਕਾਰੋਬਾਰ ਜਾਂ ਤੁਹਾਡੀ ਫਾਈਲਾਂ ਇਸੇ ਤਰ੍ਹਾਂ ਦੀ ਹੈ। ਮੇਰੇ ਗੁਆਂਢੀ ਨਾਲ ਕੀ ਹੋਇਆ ਉਹ ਮੇਰੇ ਨਾਲ ਨਹੀਂ ਹੋਏਗਾ, ਇਹ ਕਿਤੇ ਲਾਗੂ ਹੀ ਨਹੀਂ ਹੁੰਦਾ। It's your circumstances, your visa file, your decision to do a certain program। ਤਾਂ ਗੁਆਂਢੀ ਨਾਲ ਕੀ ਹੋਇਆ ਜਾਂ ਤੁਹਾਡੇ ਦੋਸਤ ਮਿੱਤਰ ਨਾਲ ਕੀ ਹੋਇਆ ਤੁਹਾਡੇ ਫਾਈਲ 'ਤੇ ਬਿਲਕੁਲ ਉਹਦਾ ਨਾ ਹੀ ਕੋਈ ਇੰਪੈਕਟ ਡਿਸੀਜਨ ਇਹੋ ਜਿਹਾ ਕੁਛ ਆਊਗਾ। ਤਾਂ ਆਪਣੀ ਫਾਈਲ ਨੂੰ ਆਪਣਾ ਮੰਨ ਕੇ ਚੱਲੋ ਅਤੇ ਆਪਣੇ ਤੱਥਾਂ ਦੇ ਨਾਲ ਹੀ ਫਾਈਲ ਜਦ ਅੱਗੇ ਲੱਗਦੀ ਹੈਗੀ ਹੈ। ਉਸ ਤੋਂ ਬਾਅਦ ਇਹ ਸਾਰੇ ਜਿਹੜੇ ਚੀਜ਼ਾਂ ਸੀ 70% ਵੈਰੀਫਿਕੇਸ਼ਨ, 80% ਫਰॉड ਡਾਕੂਮੈਂਟੇਸ਼ਨ, ਇੰਗਲਿਸ਼ ਦਾ ਉੱਪਰ ਨੀਚੇ ਹੋਣਾ ਮਾਰਕਸ਼ੀਟਾਂ ਦੇ ਵਿੱਚ, ਇਹ ਉਹਨਾਂ ਯੂਨੀਵਰਸਿਟੀਆਂ ਦੇ ਨਾਲ ਹੋਇਆ ਜਿਨ੍ਹਾਂ ਨੇ ਮੈਜੋਰਿਟੀ ਆਫ ਦਾ ਯੂਨੀਵਰਸਿਟੀਜ਼ ਇਨੀਸ਼ੀਅਲ ਡਿਪੋਜ਼ਿਟ ਘੱਟ ਲੈਂਦੀਆਂ ਸੀਗੀਆਂ। 1000 ਪਾਉਂਡ, 2000 ਪਾਉਂਡ, 3000 ਪਾਉਂਡ 'ਚ ਕੈਸ਼ ਲਓ ਅਤੇ ਯੂਕੇ ਜਾਓ। ਫਰॉड ਦਾ ਜਨਮ ਉੱਥੋਂ ਹੁੰਦਾ ਜਦ ਇੱਕ ਵਿੰਡੋ ਹੁੰਦੀ ਹੈ, ਇੱਕ ਸਿਸਟਮ ਦਾ ਫਾਇਦਾ ਚੱਕਿਆ ਜਾਂਦਾ ਹੈ ਅਤੇ ਉਹਦਾ ਅਲਟੀਮੇਟ ਜਿਹਨੂੰ ਉਹਦਾ ਇੰਪੈਕਟ ਹੁੰਦਾ ਉਹ ਸਟੂਡੈਂਟ ਹੈ।
ना ਅੰਬੈਸੀ है, ਅੰਬੈਸੀ ने अपनी एप्लीकेशन फी ले ली, ना एजेंट है, उन्हें अपने 4 पैसे ਵਿੱਚ कमा ले। एक स्टूडेंट की एप्लीकेशन ਨੂੰ बैन लग जाता है, एक स्टूडेंट की एप्लीकेशन ਨੂੰ रिजेक्शन हो जाता है, एक स्टूडेंट की एप्लीकेशन अगले होर किसी एप्लीकेशन के प्रोटोकॉल जान जोगी नहीं रहिंदी उस पर्टिकुलर कंट्री वास्ते। शुरुआत कित्थों होंदी है? अंध विश्वास तो। पता की होंदी है, तुसीं जे शॉपिंग करन जाओगे ना या जाने हो, तुसीं कपड़ा देखते हो जी, हत्थ नाल फील करके बहुत कुछ सवाल पुछदे हो, फिर किते ना किते अपनी शॉपिंग करते हो कपड़ियां दी। ਇੱਥੇ ਆ ਕੇ इस कारोबार च आके क्यों अपने सिर्फ डॉक्यूमेंट दे देने हो टेबल ते रख के ते आ प्रोसैसिंग फीसां उस तो बाद सवाल नहीं पुछदे क्यों? ये अंध विश्वास नहीं है तो होर की है? ਤੁਹਾਡੇ केस की किसी भी इन्फॉर्मेशन ਨਾਲ ਜੈਪਰਡਾਈਜ਼ करना या होना ਉਹਦੀ ਸ਼ੁਰੂਆਤ ਤੁਹਾਡੇ ਤੋਂ ਹੁੰਦੀ ਹੈ ਜਦ ਤੁਸੀਂ ਸਵਾਲ ਨਹੀਂ ਪੁੱਛਦੇ, ਲੌਜੀਕਲ ਸਵਾਲ ਨਹੀਂ ਪੁੱਛਦੇ, ਜਿਹੜੇ ਸਵਾਲ ਤੁਹਾਡੇ ਵਾਸਤੇ, ਤੁਹਾਡੇ ਫਾਈਲ ਵਾਸਤੇ ਰਿਲੇਟਡ ਨੇ। ਹੁਣ ਇੱਕ ਛੋਟਾ ਜਿਹਾ ਇੱਥੇ ਵੀ ਸਵਾਲਾਂ ਦੀ ਵੀ ਵੈਰਾਈਟੀ ਹੁੰਦੀ ਹੈ ਨਾ। ਇੱਕ ਛੋਟਾ ਐਗਜ਼ਾਮਪਲ ਦਿੰਦਾ, ਰੀਸੈਂਟਲੀ ਕਾਉਂਸਲਿੰਗ ਕੀਤੀ ਤੇ ਉਹਦੇ ਨਾਲ ਉਹਨਾਂ ਦੇ ਅੰਕਲ ਆਏ ਹੋਏ ਸੀਗੇ, ਵੈਰੀ ਐਜੂਕੇਟਿਡ ਗਾਏ, ਤੇ ਉਹਨਾਂ ਨੇ ਕਿਹਾ, ਬੱਚੇ ਨੇ ਪੁੱਛਿਆ, ਅੱਛਾ ਮੈਂ ਇਸ ਕੰਟਰੀ ਜਾਣਾ, ਸੁਣਿਆ ਉੱਥੇ ਡਰੱਗਸ ਦਾ ਬੜਾ ਕਾਰੋਬਾਰ ਹੁੰਦਾ, ਇਹ ਉਹ ਹੁੰਦਾ, ਇੱਕ ਆਊਟ ਆਫ ਕਿਉਰਿਓਸਿਟੀ ਕੁਐਸਚਨ, ਬਟ ਉਹਨਾਂ ਦੇ ਅੰਕਲ ਨੇ ਬੜਾ ਸਹੀ ਜਵਾਬ ਦਿੱਤਾ, ਬੇਟਾ ਜੀ ਤੁਸੀਂ ਲੈਣੀ ਹੈ, ਜੇ ਲੈਣੀ ਨਹੀਂ ਜਾਂ ਲੈਂਦੇ ਨਹੀਂ ਹੋ ਤਾਂ ਉਹ ਸਵਾਲ ਵੀ ਕਿਉਂ ਪੁੱਛਦੇ ਹੋ? ਪੜ੍ਹਾਈ ਕਰਨ ਜਾ ਰਹੇ ਹੋ, ਪੜ੍ਹਾਈ ਬਾਰੇ ਪੁੱਛੋ। ਕਮੀਆਂ ਸਾਡੇ ਦੇਸ਼ 'ਚ ਬੜੀਆਂ ਹੋਣੀਆਂ, ਕਮੀਆਂ ਉਹਨਾਂ ਦੇ ਮੁਲਕਾਂ 'ਚ ਬੜੀਆਂ ਹੋਣੀਆਂ, ਬਟ ਜੇ ਮੈਂ ਅੱਜ ਉਹਨਾਂ ਦੇ ਮੁਲਕ 'ਚ ਜਾ ਰਿਹਾ ਤਾਂ ਉਹ ਡਿਸਕਸ ਕਰਾਂ ਜੋ ਮੇਰਾ ਗੋਲ ਹੈ। ਸੱਜੇ ਪਾਸੇ ਗੱਡੀ ਚੱਲਦੀ ਹੈ, ਖੱਬੇ ਪਾਸੇ ਗੱਡੀ ਚੱਲਦੀ ਹੈ, ਉਹਦਾ ਮੇਰੀ ਡਿਸੀਜਨ ਨਾਲ ਕੀ ਲੈਣਾ ਦੇਣਾ ਹੈ? ਯੂ ਨੋ ਦੈਟ ਇਜ਼ ਅ ਰੈਲੇਵੈਂਟ ਕੁਐਸਚਨ ਆਈ ਐਮ ਟਾਕਿੰਗ ਅਬਾਊਟ। ਹੁਣ ਵਾਪਸ ਆਉਂਦੇ ਹਾਂ ਯੂਕੇ ਦੇ ਉੱਤੇ। ਯੂਕੇ ਦਾ ਅਗਲਾ ਇਨਟੇਕ ਮਈ एंड सैप्टेंबर चालू हो चुके हैं। तुसी मैरिड हैगे हो, तुहाडा गैप हैगा, लास्ट ग्रैजुएशन 2010 11 12 च कीती है, उस तो बाद वर्किंग हैगे हो एंड यूके जाना चाहते हो ताकि एंड एक्चुअल काउंसलिंग लेना चाहते हो। ए प्रॉपर काउंसलिंग सेशन इज a session where your current, your future for next year, अगले उस पूरे सालों का जो तुसी यूके बताना चाहते हो, एंड टू एंड काउंसलिंग लेना चाहते हो ना, हुणे कॉल करो 90 419 90 419 ते मेरे नाल अपना अपॉइंटमेंट फिक्स कराओ हरियाणा, रुद्रपुर, गुड़गांव एंड चंडीगढ़ ऑफिस दे विच। तुहाडे डॉक्यूमेंटेशन ते तुहाडे सवाल सुनन नूं मैं बेताब है। थैंक यू।